ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਪਲੇਟਫਾਰਮ ਤੋਂ ਵੀਕਲੀ ਗੁਰਮਤਿ ਸੈਸ਼ਨ ਦੇ ਵਿੱਚ ਚੱਲ ਰਹੇ ਜਿਹੜੇ ਕਲਾਸਾਂ ਨੇ ਉਹਦੇ ਵਿੱਚ ਅਸੀਂ ਬੇਸਿਕਸ ਆਫ ਗੁਰਬਾਣੀ ਦਾ ਜੋ ਟੌਪਿਕ ਹੈ ਉਹ ਬੱਚਿਆਂ ਨਾਲ ਸ਼ੇਅਰ ਕਰ ਰਹੇ ਹਾਂ ਜੀ ਪਿਛਲੇ ਕੁਝ ਹਫ਼ਤਿਆਂ ਤੋਂ। ਅੱਜ ਦੇ ਸੈਸ਼ਨ ਦੇ ਵਿੱਚ ਜੋ ਹੈ ਅਸੀਂ ਬੱਚਿਆਂ ਦੇ ਨਾਲ ਭੱਟ ਸਾਹਿਬਾਨ ਦੇ ਜੀਵਨ ਦੇ ਬਾਰੇ ਥੋੜ੍ਹੀ ਜਿਹੀ ਜਿਹੜੀ ਨੌਲੇਜ ਹੈ ਉਹ ਸ਼ੇਅਰ ਕੀਤੀ ਹੈ। ਹੁਣ ਤੱਕ ਅਸੀਂ ਗੁਰੂ ਸਾਹਿਬਾਨਾਂ ਬਾਰੇ ਔਰ ਭਗਤਾਂ ਬਾਰੇ ਸਾਰਾ ਜਿਹੜਾ ਹੈ ਉਹ ਉਹਨਾਂ ਦਾ ਕਨਸੈਪਟ ਜੇ ਉਹਨਾਂ ਦੀ ਲਾਈਫਸ ਜਿਹੜੀਆਂ ਨੇ ਕਿਵੇਂ ਕਿਸ ਪ੍ਰੋਫੈਸ਼ਨ 'ਚੋਂ ਆਏ ਸੀ, ਉਹਨਾਂ ਦੇ ਜੀਵਨ ਕਿੱਦਾਂ ਦੇ ਸੀਗੇ ਤੇ ਉਹਨਾਂ ਦੀ ਗੁਰਬਾਣੀ ਦੇ ਪ੍ਰਤੀ ਕੀ ਕੰਟਰੀਬਿਊਸ਼ਨ ਸੀਗੀ, ਉਹ ਸਾਰੀ ਜਿਹੜੀ ਹੈ ਡਿਸਕਸ ਕਰ ਚੁੱਕੇ ਹਾਂ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਇਹਨੂੰ ਕੰਟੀਨਿਊ ਕਰਦੇ ਹੋਏ ਭੱਟ ਸਾਹਿਬਾਨ ਦੇ ਜੀਵਨ ਦੇ ਬਾਰੇ ਥੋੜਾ ਜਿਹਾ ਲਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਜਿਹੜਾ ਸਾਡਾ ਪਹਿਲਾ ਪੁਆਇੰਟ ਸੀਗਾ ਕਿ ਇਨ ਦ 올ਡਨ ਟਾਈਮਸ ਭੱਟਸ ਜਿਹੜੇ ਬੈਲਡ ਸਿੰਗਰਸ also known as bards were part of every kingdom of India. Their jobs was to compose and sing martial songs. So ਅਸੀਂ ਸਿੱਖਣ ਦੀ ਕੋਸ਼ਿਸ਼ ਕੀਤੀ ਕਿ ਵੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਹਰੇਕ ਛੋਟੇ ਜਿਹੜੇ ਕਿੰਗਡਮ ਜਾਂ ਵੱਡੇ ਜਿੰਨੇ ਵੀ ਕਿੰਗਡਮ ਸੀਗੇ ਉਹਦੇ ਵਿੱਚ ਭੱਟ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਸੀਗੇ, ਜਿਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀ ਕੰਪੋਜ਼ ਕਰਨ ਲਈ, ਗਾਣ ਲਈ ਜਿਹੜੇ ਮਾਰਸ਼ਲ ਸੌਂਗ ਨੇ, ਤਾਂ ਕਿ ਜਿਹੜੇ ਉੱਥੇ ਉਹਨਾਂ ਦੇ ਫੋਰਸਿਸ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲ ਸਕੇ ਸਾਰਿਆਂ ਨੂੰ ਜਿਹੜੇ ਕਿ ਆਪਣੇ ਹਰੇਕ ਕਿੰਗਡਮ ਦੇ ਵਿੱਚ। ਸੋ ਇਹ ਜਿਹੜੀ ਹੈ ਭੱਟ ਟ੍ਰੈਡੀਸ਼ਨ ਹੈ ਜਿਹੜੀ ਉਹ ਕਾਫੀ ਪ੍ਰਚਲਿਤ ਸੀਗੀ, ਜਿਹਦੇ ਬਾਰੇ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਭੱਟ ਕੌਣ ਸੀਗੇ ਤੇ ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਦੇ ਵਿੱਚ ਕੰਟਰੀਬਿਊਟ ਕੀਤਾ। ਸੋ ਭੱਟ ਬਾਣੀ, the teachings of Bhatt Sahibans is contributed by 11 Bhatts or bards, as these Bhatts are believed to be from Punjab. So total number ਜਿਹੜੇ ਭੱਟ ਸਾਹਿਬਾਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਹੈ ਜੀ 11। ਇਹਨਾਂ ਦੀ ਜਿਹੜੀ ਟੀਚਿੰਗਸ ਨੇ ਜਿੰਨੇ ਵੀ ਭੱਟ ਸਾਹਿਬਾਨ ਹੋਏ ਨੇ ਬਾਕੀ ਰੈਸਟ ਆਫ ਇੰਡੀਆ ਦੇ ਵਿੱਚ ਵੀ ਐਗਜ਼ਿਸਟ ਕਰਦੇ ਸੀ, ਪਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ ਉਹ ਸਾਰੇ ਜਿਹੜੇ ਨੇ believed to have come from the region of Punjab. ਤੇ it is believed all the 11 Bhatt Sahibans had come to Guru Arjan Dev Ji under the guidance of Bhatt Kalshar. There is a belief that some of them had the opportunity to be in Sangat of Guru Ramdas Ji and Guru Amar Das Ji. So ਉਹ ਜਿਹੜੇ ਸਾਰੇ ਦੇ 11 ਭੱਟ ਸਾਹਿਬਾਨ ਸੀਗੇ ਜੋ ਸਾਨੂੰ ਪੜ੍ਹਨ ਨੂੰ ਸਮਝਣ ਨੂੰ ਮਿਲਦਾ ਹੈ ਕਿ ਉਹ ਸਾਰੇ ਜਿਹੜੇ ਨੇ ਭੱਟ ਕਲਸ਼ਾਰ ਜਿਹੜੇ ਕਿ ਉਹਨਾਂ ਦੇ ਲੀਡ ਸੀਗੇ, ਉਹਨਾਂ ਦੀ ਗਾਈਡੈਂਸ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਮਿਲੇ ਸੀਗੇ। ਇਸ ਤਰ੍ਹਾਂ ਵੀ ਜਿਹੜੇ ਨੇ ਸਾਡੇ ਕੋਲ ਰੈਫਰੈਂਸਿਸ ਹੈਗੇ ਨੇ ਕਿ ਸਮ ਆਫ them ਜਿਹੜੇ ਨੇ ਉਹਨਾਂ ਨੂੰ ਗੁਰੂ ਅਮਰਦਾਸ ਜੀ ਔਰ ਗੁਰੂ ਰਾਮਦਾਸ ਜੀ ਦੀ ਵੀ ਸੰਗਤ ਕਰਨ ਦਾ ਮੌਕਾ ਮਿਲਿਆ ਜ਼ਰੂਰ। ਸੋ ਟੀਚਿੰਗਸ ਆਫ ਭੱਟ ਸਾਹਿਬਾਨਸ ਜਨਰਲੀ ਪ੍ਰੇਜ਼ the teachings of Guru Nanak Dev Ji to Guru Arjan Dev Ji and how these teachings can transform anyone's life if understood and followed within positive intent. So ਇੱਥੇ references ਜਿਹੜੇ ਬੜੇ important ਹੈ ਇਸ ਗੱਲ ਨੂੰ ਸਮਝਣਾ ਕਿ ਜਿਹੜੀ ਭੱਟ ਸਾਹਿਬਾਨਸ ਦੀਆਂ ਰਾਈਟਿੰਗਸ ਨੇ ਉਹ ਕਿਉਂ ਜਿਹੜੀਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿੰਨੇ ਵੀ ਉਹਨਾਂ ਨੇ ਪਹਿਲਾਂ ਸਿੱਖਿਆ ਲਈ ਉਹਨਾਂ ਦੀਆਂ ਟੀਚਿੰਗਸ ਨੂੰ ਪ੍ਰੇਜ਼ ਕਰ ਰਹੀ ਹੈ, ਕਿੱਦਾਂ ਉਹਨਾਂ ਦੀ ਜਿਹੜੇ ਐਪਲੀਕੇਸ਼ਨ ਹੈਗੀ ਹੈ ਪਹਿਲਾਂ ਪ੍ਰੀਵੀਅਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਜਿਹੜਾ ਕਿ ਉਹਨਾਂ ਨੇ ਉਹਨਾਂ ਨਾਲ ਗਿਆਨ ਸ਼ੇਅਰ ਕੀਤਾ ਹੈ, ਉਹਨੂੰ ਉਸ ਗਿਆਨ ਦੇ ਵਿੱਚੋਂ ਦੀ ਸਾਰਾ ਨੌਲੇਜ ਲੈ ਕੇ ਜਿਹੜੇ ਆਪਣੀ ਲਾਈਫ ਨੂੰ ਟਰਾਂਸਫਾਰਮ ਕੀਤਾ, ਟਰਾਂਸਫਰਮੇਸ਼ਨ ਦੇ ਵਿੱਚੋਂ ਜਿਹੜਾ ਐਕਸਪੀਰੀਅੰਸ ਹੈ ਉਸ ਐਕਸਪੀਰੀਅੰਸ ਨੂੰ ਉਹ ਵਾਓ ਫੀਲਿੰਗ ਨੂੰ ਜਿਹੜਾ ਉਹਨਾਂ ਨੇ ਡਾਕੂਮੈਂਟ ਕੀਤਾ ਸਾਰਾ ਕਿ ਵੀ ਕਿੱਦਾਂ ਅਸੀਂ ਇਸ ਨੌਲੇਜ ਨੂੰ ਆਪਣੇ ਲਾਈਫ ਵਿੱਚ ਅਪਲਾਈ ਕਰ ਪਾਏ ਹਾਂ। then it's all came out as a praise. ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਛੋਲੇ ਸਿਫਤਾਂ ਕਹੀਆਂ ਗਈਆਂ ਨੇ ਜਿਹੜੀਆਂ ਕਿ ਉਹ ਟੀਚਿੰਗਸ ਦੀਆਂ ਜਿਨ੍ਹਾਂ ਨੇ ਉਹਨਾਂ ਦੀ ਲਾਈਫ ਦੇ ਜੀਵਨ ਦੇ ਵਿੱਚ ਆਪਣੇ ਚੈਲੰਜਸ ਨੂੰ ਐਡਰੈਸ ਕਰਕੇ ਉਹਨਾਂ ਦੇ ਜੀਵਨ ਨੂੰ ਸਵਾਰਨ ਦੇ ਵਿੱਚ ਹੈਲਪ ਕੀਤੀ ਹੈ। ਤਾਂ ਜਿਹੜੇ ਭੱਟ ਸਾਹਿਬਾਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ ਉਹਨਾਂ ਦੇ ਜਿਹੜੇ ਨਾਮ ਨੇ ਉਹ ਹੈ ਨੇ ਜੀ ਭੱਟ ਕਲਸ਼ਰ ਜਾਂ ਭੱਟ ਕਲ ਵੀ ਅਸੀਂ ਇਹਨਾਂ ਨੂੰ ਕਹਿ ਕੇ ਜਾਣਦੇ ਹਾਂ, ਜਾਂ ਭੱਟ ਜਲਪ, ਭੱਟ ਕੀਰਤ, ਭੱਟ ਪੀਕਾ, ਭੱਟ ਸਲ, ਭੱਟ ਬਲ, ਭੱਟ ਨਲ, ਭੱਟ ਗਿਆਨਦ, ਭੱਟ ਮਥੁਰਾ, ਭੱਟ ਬਲ ਐਂਡ ਭੱਟ ਹਰਬੰਸ ਜੀ। ਤੇ ਇਹਨਾਂ ਸਾਰਿਆਂ ਦੀ ਜਿਹੜੀ ਬਾਣੀ ਹੈ ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਹੈ ਉਹ ਲਿਖੀ ਹੋਈ ਹੈ। ਇਹਨਾਂ ਦੇ ਰੈਫਰੈਂਸਿਸ ਅਸੀਂ ਜਿਹੜੇ ਨੇ ਨਾਲ ਇਸ ਸਲਾਈਡ ਦੇ ਉੱਤੇ ਮੈਂਸ਼ਨ ਕੀਤੇ ਨੇ, ਜੇ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ ਯੂ ਕੈਨ ਸਰਚ ਔਨ ਦੈਟ। ਹਾਂਜੀ, ਸੋ ਜਿਹੜੇ
ਕੁਝ ਗੁਰਸਿੱਖ ਸੀਗੇ ਜਿਨ੍ਹਾਂ ਦੇ ਬਾਰੇ ਆਪਾਂ ਗੱਲ ਕੀਤੀ ਸੀ, ਜਿਨ੍ਹਾਂ ਦੇ ਜਿਹੜੇ ਕਿ 3 ਗੁਰਸਿੱਖ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ। ਉਹਨਾਂ ਦੇ ਵਿੱਚ ਜਿਹੜੇ ਪਹਿਲੇ ਸੀਗੇ ਉਹ ਬਾਬਾ ਸੁੰਦਰ ਜੀ ਹੈ। ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ, ਉਹਨਾਂ ਦੀ ਬਾਣੀ ਦਾ ਜਿਹੜਾ ਟਾਈਟਲ ਹੈ ਉਹ ਹੈ ਰਾਮਕਲੀ ਸਦ। ਅਸੀਂ ਫਰਦਰ ਅਬਾਊਟ ਦ ਟਾਈਟਲਸ ਜਿਹੜੇ ਆਉਣ ਵਾਲੇ ਚੈਪਟਰਸ ਦੇ ਵਿੱਚ ਫਿਰ ਹੋਰ ਡਿਟੇਲਸ ਦੇ ਵਿੱਚ ਗੱਲ ਕਰਾਂਗੇ, ਪਰ ਇਸ ਟੌਪਿਕ ਇਸ ਚੈਪਟਰ ਦੇ ਵਿੱਚ ਓਨਲੀ ਅੱਜ ਦੇ ਸੈਸ਼ਨ ਵਾਸਤੇ ਇਨਫੋਰਮੇਸ਼ਨ ਵਾਸਤੇ ਅਸੀਂ ਇਹਨੂੰ ਜ਼ਰੂਰ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬਾਬਾ ਸੁੰਦਰ ਜੀ ਦੀ ਜਿਹੜੀ ਬਾਣੀ ਹੈ ਉਹਦਾ ਟਾਈਟਲ ਹੈ ਰਾਮਕਲੀ ਸਦ। ਇੱਦਾਂ ਹੀ ਸੱਤਾ ਜੀ ਐਂਡ ਬਲਵੰਤ ਜੀ, ਉਹਨਾਂ ਦੀ ਜੋ ਬਾਣੀ ਹੈ ਉਸ ਬਾਣੀ ਦਾ ਟਾਈਟਲ ਹੈ ਰਾਮਕਲੀ ਕੀ ਵਾਰ। ਸੋ ਇਹ ਜਿਹੜੇ 3 ਗੁਰਸਿੱਖ ਨੇ, ਇਹਨਾਂ ਦੀ ਬਾਣੀ ਵੀ ਅਪਾਰਟ ਫਰਮ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਐਂਡ ਭੱਟ ਸਾਹਿਬਾਨ ਤੋਂ ਇਲਾਵਾ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ। ਇਹਨੂੰ ਅਸੀਂ ਸਮਰਾਈਜ਼ ਕੀਤਾ ਹੈ ਕਿ ਜਿਹੜੇ ਟੋਟਲ ਨੰਬਰ ਆਫ ਇੰਡੀਵਿਜੂਅਲ ਜਿਹੜੇ ਕਿ ਗੁਰਬਾਣੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈਗੀ ਹੈ ਉਹ 35 ਹੈ, ਜਿਨ੍ਹਾਂ ਦੇ ਵਿੱਚ 6 ਗੁਰੂ ਸਾਹਿਬਾਨ ਨੇ। ਉਹਨਾਂ ਨੂੰ ਅਸੀਂ ਮਹੱਲਾ ਕਹਿ ਕੇ ਵੀ ਰੈਫਰ ਕਰਦੇ ਹਾਂ, ਜਿਵੇਂ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਐਂਡ ਦੈਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ। 3 ਗੁਰੂ ਸਾਹਿਬਾਨ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਜੀ ਐਂਡ ਗੁਰੂ ਹਰ ਰਾਏ ਜੀ, ਇਹਨਾਂ ਦੀ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ ਹੋਈ, ਕਿਉਂਕਿ ਇਹਨਾਂ ਦੀ ਬਾਣੀ ਦਾ ਕੋਈ ਵੀ ਇਹਨਾਂ ਨੇ ਬਾਣੀ ਨਹੀਂ ਡਾਕੂਮੈਂਟ ਕੀਤੀ ਜਾਂ ਲਿਖੀ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਬਾਣੀ ਹੈ ਉਹ ਸੈਪਰੇਟ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ। ਉਸ ਗ੍ਰੰਥ ਨੂੰ ਅਸੀਂ ਅੱਜ 10ਵੇਂ ਗ੍ਰੰਥ ਦੇ ਨਾਮ ਨਾਲ ਜਾਣਦੇ ਹਾਂ। ਤੇ 15 ਭਗਤ ਸਾਹਿਬਾਨ ਹੋਏ ਨੇ ਤੇ 11 ਭੱਟ ਸਾਹਿਬਾਨ ਐਂਡ 3 ਜਿਹੜੇ ਗੁਰਸਿੱਖ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਅੱਜ ਲਿਖੀ ਮਿਲਦੀ ਹੈ। ਸੋ ਇੱਕ ਹੋਰ ਰੈਫਰੈਂਸ ਸੀਗਾ ਜੋ ਕਿ ਬੱਚਿਆਂ ਦੇ ਨਾਲ ਅਸੀਂ ਸ਼ੇਅਰ ਕੀਤਾ ਸੀ, ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸ ਇੰਡੀਵਿਜੂਅਲ ਨੇ ਲਿਖਿਆ ਹੈ, ਕਿਉਂਕਿ ਇਹਦੇ ਬਾਰੇ ਸਾਨੂੰ ਜਾਣਨਾ ਜ਼ਰੂਰੀ ਹੈ। ਕਿਉਂਕਿ ਜਿੰਨਾ ਚਿਰ ਤੱਕ ਸਾਨੂੰ ਕਿਸੇ ਰਾਈਟਰ ਦੇ ਬਾਰੇ ਨਹੀਂ ਪਤਾ ਲੱਗੇਗਾ, ਰਾਈਟਰ ਦੇ ਸਟਾਈਲ ਦੇ ਬਾਰੇ ਨਹੀਂ ਪਤਾ ਚੱਲੇਗਾ, ਸਾਨੂੰ ਉਹ ਸ਼ਬਦ ਨੂੰ ਰੈਫਰ ਕਰਨਾ ਇਟ ਵੋਂਟ ਬੀ ਦੈਟ ਈਜ਼ੀ ਫॉर ਅਸ। ਸਾਨੂੰ ਉਸ ਸ਼ਬਦ ਦੇ ਵਿੱਚੋਂ ਗਿਆਨ ਲੈਣਾ ਸਾਡੇ ਵਾਸਤੇ ਸੌਖਾ ਨਹੀਂ ਹੋਏਗਾ। ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਫॉर ਅਸ ਟੂ ਅੰਡਰਸਟੈਂਡ ਕਿ ਜਿੰਨੇ ਵੀ ਸ਼ਬਦ ਕਿਨੇ ਲਿਖਿਆ, ਕਿਹੜਾ ਟਾਈਟਲ ਕਿਸ ਗੁਰੂ ਸਾਹਿਬਾਨ ਦਾ, ਕਿਸ ਭਗਤ ਸਾਹਿਬਾਨ ਦਾ, ਕਿਹੜੇ ਗੁਰਸਿੱਖ ਦਾ ਹੈਗਾ, ਉਹਦੇ ਬਾਰੇ ਅਸੀਂ ਜਿਹੜਾ ਲਰਨ ਕਰੀਏ ਕਿ ਹਾਊ ਡੂ ਵੀ ਨੋ। ਸੋ ਇਹਦੇ ਵਿੱਚ ਜਿਵੇਂ ਆਸਾ ਮਹੱਲਾ ਚੌਥਾ, ਇਹਨੂੰ ਅਸੀਂ ਜਾਣਿਆ ਕਿ ਵੀ ਆਸਾ ਮਹੱਲਾ ਚੌਥਾ ਮੀਨਸ ਇਹ ਚੌਥੇ ਪਾਤਸ਼ਾਹ ਦੀ ਬਾਣੀ ਹੈ, ਗੁਰੂ ਰਾਮਦਾਸ ਜੀ ਦੀ ਲਿਖੀ ਹੋਈ ਹੈ। ਸੋ ਜਿਹੜਾ ਸੈਕੰਡ ਸ਼ਬਦ ਸੀਗਾ ਰਾਗ ਗੌੜੀ ਦੇ ਵਿੱਚ, ਉਹ ਸਿਰਫ ਰਾਗ ਗੌੜੀ ਟਾਈਟਲ ਸੀਗਾ, ਲੇਕਿਨ ਉਹਦੇ ਵਿੱਚ ਫਰਦਰ ਕੋਈ ਰੈਫਰੈਂਸ ਨਹੀਂ ਸੀਗਾ ਕਿ ਇਹ ਕਿਹਨਾਂ ਨੇ ਲਿਖੀ ਹੋਈ ਹੈ। ਸੋ ਇਸ ਜਿਹੜੇ ਵੀ ਜਦੋਂ ਵੀ ਇਸ ਤਰ੍ਹਾਂ ਦੇ ਸ਼ਬਦ ਸਾਨੂੰ ਦੇਖਣ ਨੂੰ ਮਿਲਦੇ ਨੇ ਤਾਂ ਸਾਨੂੰ ਪੂਰਾ ਸ਼ਬਦ ਪੜ੍ਹਨਾ ਪਏਗਾ, ਤਾਂ ਕਿ ਸ਼ਬਦ ਦੇ ਅਖੀਰ ਦੇ ਵਿੱਚ ਜਿਹੜਾ ਉਹ ਮੈਂਸ਼ਨ ਕੀਤਾ ਹੁੰਦਾ ਹੈ ਕਿ ਵੀ ਇਹ ਕਿਹਨਾਂ ਦੀ ਬਾਣੀ ਹੈ। ਜਿਵੇਂ ਕਿ ਇਸ ਸ਼ਬਦ ਦੇ ਵਿੱਚ ਅਸੀਂ ਅਖੀਰ ਦੇ ਵਿੱਚ ਦੇਖ ਪਾ ਰਹੇ ਹਾਂ, ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ। ਸੋ ਇੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਜੋ ਸ਼ਬਦ ਹੈ ਇਹ ਭਗਤ ਕਬੀਰ ਜੀ ਦਾ ਲਿਖਿਆ ਹੋਇਆ ਹੈ। ਇਸ ਤਰ੍ਹਾਂ ਹੀ ਜਿਹੜਾ ਤੀਜਾ ਸ਼ਬਦ ਹੈ ਉਹ ਮਹੱਲਾ ਪੰਜਵਾਂ ਕਿ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸੋ ਮਹੱਲਾ ਚੌਥਾ ਗੁਰੂ ਰਾਮਦਾਸ ਜੀ ਜਦੋਂ ਵੀ ਜਿਹੜਾ ਵੀ ਨੰਬਰ ਮਹੱਲਾ ਤੋਂ ਬਾਅਦ ਰੈਫਰ ਕੀਤਾ, ਸਪੈਸੀਫਾਈ ਕੀਤਾ, ਉਹ ਨੰਬਰ ਹੀ ਡਿਫਾਈਨ ਕਰਦਾ ਹੈ ਕਿ ਇਹ ਬਾਣੀ ਕਿਹਨਾਂ ਦੀ ਲਿਖੀ ਹੋਈ ਹੈ। ਜਿਵੇਂ ਕਿ ਇਸ ਸ਼ਬਦ ਦੇ ਵਿੱਚ ਅਸੀਂ ਦੇਖਿਆ ਮਹੱਲਾ ਚੌਥਾ ਵਿਚ ਮੀਨਸ ਹੈ ਗੁਰੂ ਰਾਮਦਾਸ ਜੀ ਦੀ ਬਾਣੀ ਸੀ। ਐਵੇਂ ਹੀ ਅਸੀਂ ਕਬੀਰ ਜੀ ਦਾ ਰੈਫਰੈਂਸ ਲਿਖਿਆ ਕਿ ਉਹਨਾਂ ਦੇ ਸ਼ਬਦ ਦੇ ਲਾਸਟ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਮੈਂਸ਼ਨ ਕੀਤਾ ਗਿਆ ਟੂ ਡਿਫਾਈਨ ਕਿ ਇਹ ਬਾਣੀ ਉਹਨਾਂ ਦੀ ਹੈ। ਇੱਕ ਵੈਰੀ ਇੰਪੋਰਟੈਂਟ ਪੁਆਇੰਟ ਹੈ ਕਿ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਸਾਰਿਆਂ ਨੇ ਜਦੋਂ ਆਪਣੀ ਬਾਣੀ ਕੰਪੋਜ਼ ਕੀਤੀ ਤਾਂ ਉਹਨਾਂ ਨੇ ਨਾਨਕ ਵਰਡ ਜਿਹੜਾ ਉਹ ਲਾਸਟ ਲਾਈਨ ਦੇ ਵਿੱਚ ਯੂਜ਼ ਕੀਤਾ। ਸੋ ਦਿਸ ਮੀਨਸ ਆਲ ਗੁਰੂ ਸਾਹਿਬs acknowledged that they are just taking forward the message in line to what ਗੁਰੂ ਨਾਨਕ ਸਾਹਿਬ taught us। ਸੋ ਇਹ ਜ਼ਰੂਰੀ ਸੀਗਾ ਸਮਝਣਾ ਕਿ ਉਹਨਾਂ ਨੇ ਉਹ ਗੁਰਬਾਣੀ ਜੋ ਪਹਿਲਾਂ ਜਿਹੜੇ ਗੁਰੂ ਸਾਹਿਬਾਨ ਹੋਏ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਉਸ ਵਿਜ਼ਨ ਨੂੰ ਮੂਵ ਫਾਰਵਰਡ ਕੀਤਾ, ਉਹਨੂੰ ਐਕਨੋਲੇਜ ਕੀਤਾ ਕਿ ਅਸੀਂ ਉਹਨੂੰ ਹੀ ਜਿਹੜਾ ਹੈ ਅੱਗੇ ਫਰਦਰ ਡਿਵੈਲਪ ਕਰਾਂਗੇ। ਉਸੀ ਜਿਹੜੀ ਟੀਚਿੰਗਸ ਨੂੰ ਇਨ ਲਾਈਨ ਰੱਖਦਿਆਂ ਹੋਇਆਂ ਫਿਰ ਉਹਨਾਂ ਨੇ ਜਿਹੜੀਆਂ ਅਗਲੇ ਫਰਦਰ ਆਪਣੀ ਜਿਹੜੀ ਬਾਣੀ ਲਿਖੀ, ਪਰ ਉਹਨਾਂ ਨੇ ਹਰੇਕ ਆਪਣੀ ਕੰਪੋਜੀਸ਼ਨ ਦੇ ਵਿੱਚ ਨਾਨਕ ਵਰਡ ਨੂੰ ਯੂਜ਼ ਕਰਕੇ ਉਸ ਚੀਜ਼ ਨੂੰ ਐਕਨੋਲੇਜ ਕੀਤਾ। ਹਾਂਜੀ, ਸੋ
quick summary about today's session is that there was a lot of effort by Guru Nanak Sahib Ji to collect teachings of Bhagat Saiban as part of his 4 Udasis, which are road trips in which he travelled around 28,000 kilometers. So ਅਸੀਂ ਇਹ ਸਮਝਣ ਦੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਅਗੇਨ ਇਟ ਇਜ਼ ਰਿਮਾਈਂਡਰ ਫॉर ਅਸ ਕਿ ਵੀ ਸਾਨੂੰ ਗੁਰਬਾਣੀ ਨੂੰ ਫॉर ਗ੍ਰਾਂਟਡ ਨਹੀਂ ਲੈਣਾ ਚਾਹੀਦਾ quite a lot of big effort has been put in place Guru Nanak Sahib ਦਾ ਜਿਹੜਾ ਵਿਜ਼ਨ ਸੀਗਾ ਹਿਊਮੈਨਿਟੀ ਨੂੰ ਸਪੋਰਟ ਕਰਨ ਦਾ ਉਹ ਬੜਾ ਕਲੀਅਰਲੀ ਬਹੁਤ ਵੱਡਾ ਇੱਕ ਐਫਰਟ ਹੈ ਅਸੀਂ ਆਪਣੇ ਆਪ ਵਾਸਤੇ ਵੀ ਜੇ ਕਿਤੇ 200 ਕਿਲੋਮੀਟਰ ਦੂਰ ਜਾਣਾ ਹੋਵੇ ਨਹੀਂ ਜਾ ਸਕਦੇ ਬਟ ਗੁਰੂ ਨਾਨਕ ਸਾਹਿਬ ਦੀ ਜਿਹੜੀਆਂ ਨੇ ਐਫਰਟਸ ਨੇ ਉਹਨਾਂ ਨੂੰ ਅੱਜ ਅਸੀਂ ਤਾਂ ਹੀ ਐਪਰੀਸ਼ੀਏਟ ਕਰ ਸਕਦੇ ਹਾਂ ਕਿ ਅਸੀਂ ਗੁਰਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਠੀਕ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹੀਏ So this wasn't easy when we consider the fact that there was no telecommunication available in those days. The only way to know about someone was to physically travel different locations. So कोई mode of communication नहीं है किसी भी तरीके नाल मैसेज नहीं कन्वे किया जा सकता ਅੱਜ ਸਾਡੇ ਘਰ ਜੇ ਕੋਈ ਬੰਦਾ ਬਗੈਰ ਦੱਸਿਆ ਆ ਜਾਏ ਤੇ ਸਾਨੂੰ ਠੀਕ ਨਹੀਂ ਲੱਗਦਾ ਜਾਂ ਅਸੀਂ ਕਿਸੇ ਦੇ ਘਰ ਜਾਣਾ ਹੁੰਦਾ ਤੇ 2 ਦਿਨ ਪਹਿਲਾਂ ਨੋਟੀਫਾਈ ਕਰੀਦਾ ਹੈ ਗੁਰੂ ਨਾਨਕ ਸਾਹਿਬ ਨੂੰ ਇੰਨਾ ਟਰੈਵਲ ਕਰਨਾ ਪਿਆ ਵਿਦਆਊਟ ਨੋਇੰਗ ਕਿ ਜਦੋਂ ਉਹ ਥਾਊਜ਼ੈਂਡਸ ਆਫ ਕਿਲੋਮੀਟਰ ਟਰੈਵਲ ਕਰਕੇ ਉੱਥੇ ਪਹੁੰਚਣਗੇ ਵੈਦਰ ਉਹ ਪਰਸਨ ਉੱਥੇ ਹੋਏਗਾ ਵੀ ਕਿ ਨਹੀਂ ਹੋਏਗਾ ਸੋ ਉਸ ਚੀਜ਼ ਨੂੰ ਸਾਨੂੰ ਕਦੇ ਵੀ ਅਸੀਂ ਇਸ ਥਾਟ ਨਾਲ ਕਦੇ ਇਸ ਸਾਰੇ ਪ੍ਰੋਸੈਸ ਨੂੰ ਸਮਝਿਆ ਨਹੀਂ ਇਸ ਕਰਕੇ ਸ਼ਾਇਦ ਅਸੀਂ ਇਹਨੂੰ ਕਦੇ ਐਪਰੀਸ਼ੀਏਟ ਨਹੀਂ ਕਰ ਪਾਏ So it is for us to understand and to live this knowledge. ਇਹਦੇ ਚੋਂ ਗਾਈਡੈਂਸ ਲੈਣੀ ਸਾਡੇ ਵਾਸਤੇ ਇੰਨੀ ਇੰਪੋਰਟੈਂਟ ਹੈ ਕਿ ਵੀ ਇਹ ਗੁਰੂ ਨਾਨਕ ਸਾਹਿਬ ਨੇ ਕਿੰਨੀ ਐਫਰਟ ਕੀਤੀ ਕਿਸ ਤਰ੍ਹਾਂ ਲੋਕਲ ਲੋਕਾਂ ਤੋਂ ਲੀਡ ਲੈ ਕੇ ਕਿੱਥੇ ਕਿੱਥੇ ਜਾ ਕੇ ਵਿਦਆਊਟ ਐਨੀ ਕਮਿਊਨੀਕੇਸ਼ਨ ਉਹ ਸਾਰਾ ਗਿਆਨ ਇਕੱਠਾ ਕਰਕੇ ਉਹ ਸੋਰਸ ਸਾਡੇ ਵਾਸਤੇ ਅੱਜ ਤਿਆਰ ਕਰਕੇ ਸਾਨੂੰ ਪ੍ਰੋਵਾਈਡ ਕੀਤਾ ਜੋ ਕਿ ਅਸੀਂ ਅੱਜ ਪੜ੍ਹ ਪਾ ਰਹੇ ਹਾਂ ਪਰ ਹੋਪਫੁਲੀ ਅਸੀਂ ਇਹਦੇ ਤੋਂ ਗਿਆਨ ਲੈ ਕੇ ਆਪਣਾ ਜੀਵਨ ਵੀ ਸਵਾਰ ਪਾਵਾਂਗੇ There is a fair chance that Bhagat Sahibans would have given clues about other Bhagat Sahibans and that would have assisted Guru Nanak Sahib Ji in collecting all these teachings. So, ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਗੁਰੂ ਨਾਨਕ ਸਾਹਿਬ ਕਿਸੇ ਨੂੰ ਭਗਤ ਸਾਹਿਬਾਨ ਨੂੰ ਮਿਲੇ ਹੋਣਗੇ ਉਹਨਾਂ ਵਿਚਾਰਾਂ ਵਿੱਚੋਂ ਉਹਨਾਂ ਡਿਸਕਸ਼ਨਸ ਦੇ ਵਿੱਚੋਂ ਫਰਦਰ ਲੀਡਸ ਮਿਲੀਆਂ ਹੋਣਗੀਆਂ ਇੱਦਾਂ ਹੀ ਫਿਰ ਉਹਨਾਂ ਨੂੰ ਅੱਗੋਂ ਤੇ ਅੱਗੇ ਹੋਰ ਰੈਫਰੈਂਸ ਮਿਲਦੇ ਗਏ ਕਿ ਜੇ ਸੇਮ ਸਬਜੈਕਟ ਦੇ ਉੱਤੇ ਫਰਦਰ ਗਿਆਨ ਲੈਣਾ ਹੈ ਤਾਂ ਦੇਰ ਆਰ ਅਦਰ ਇੰਡੀਵਿਜੂਅਲਸ ਅਵੇਲੇਬਲ ਐਜ਼ ਵੈਲ ਜਿਨ੍ਹਾਂ ਨੇ ਇਸੇ ਸਬਜੈਕਟ ਦੇ ਉੱਤੇ ਰਿਸਰਚ ਕੀਤੀ ਹੈ ਇਸੇ ਸਬਜੈਕਟ ਤੇ ਡਾਕੂਮੈਂਟੇਸ਼ਨ ਕੀਤੀ ਹੈ ਤੁਸੀਂ ਉਹ ਜਾ ਕੇ ਉਹਨਾਂ ਨੂੰ ਵੀ ਮਿਲ ਸਕਦੇ ਹੋ ਇੱਦਾਂ ਹੀ ਹੌਲੀ ਹੌਲੀ ਕਰਕੇ ਗੁਰੂ ਸਾਹਿਬ ਫਿਰ ਸਾਰੇ 15 ਭਗਤ ਸਾਹਿਬਾਨ ਦੀ ਬਾਣੀ ਨੂੰ ਇਕੱਠਾ ਕਰ ਪਾਏ ਨੇ We are now custodian of this wealth. And it's our moral duty to make sure we do justice to all the effort done to bring together teachings from across India. We should do our best to learn from Gurbani and live a lifestyle prescribed in Gurbani. ਸਾਡੇ ਕੋਲ ਖਜ਼ਾਨਾ ਅੱਜ ਹੈਗਾ ਸਾਡੀ ਜ਼ਿੰਮੇਵਾਰੀ ਹੈ ਸਾਡੀ moral duty ਹੈ ਤੇ ਅਸੀਂ ਜਿਸ ਵਿਜ਼ਨ ਜਿਸ ਪਰਪਸ ਕਰਕੇ ਇਹਨੂੰ ਡਾਕੂਮੈਂਟ ਕੀਤਾ ਗਿਆ ਸੀ ਅਸੀਂ ਇਹਨੂੰ ਵਾਈਜ਼ਲੀ ਓਨੈਸਟਲੀ ਪੂਰੀ ਸਿੰਸੈਰਿਟੀ ਦੇ ਨਾਲ ਉਸੇ ਵਿਜ਼ਨ ਨੂੰ ਸਾਹਮਣੇ ਰੱਖ ਕੇ ਯੂਜ਼ ਕਰ ਸਕੀਏ ਸਾਰੇ ਕਾਰਨਰਸ ਆਫ ਜਿਹੜਾ ਉਸ ਵਿਜ਼ਨ ਦੇ ਵਿੱਚੋਂ ਗਿਆਨ ਇਕੱਠਾ ਕੀਤਾ ਗਿਆ ਮਲਟੀਪਲ ਐਗਜ਼ਾਮਪਲਸ ਯੂਜ਼ ਕੀਤੇ ਗਏ ਹਰ ਤਰ੍ਹਾਂ ਦਾ ਸੋਰਸ ਔਰ ਤਰੀਕਾ ਵਰਤਿਆ ਗਿਆ ਟੂ ਐਕਸਪਲੇਨ ਇਟ ਇਨ ਅ ਸਿੰਪਲ ਵੇ ਕਿ ਇੰਨਾ ਸਟਰੋਂਗ ਮੈਸੇਜ ਕਿੱਦਾਂ ਕਨਵੇ ਕੀਤਾ ਜਾ ਸਕਦਾ ਹੈ ਤਾਂ ਕਿ ਮੇਰੇ ਵਰਗੇ ਇੰਡੀਵਿਜੂਅਲ ਕੋਲ ਕੋਈ ਐਕਸਕਿਊਜ਼ ਨਾ ਰਹੇ ਬਟ ਆਈ ਐਮ ਸਟਿਲ ਏਬਲ ਟੂ ਫਾਈਂਡ ਐਕਸਕਿਊਜ਼ਸ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਆਪਣਾ ਬੈਸਟ ਐਫਰਟ ਲਗਾਉਣਾ ਚਾਹੀਦਾ ਹੈ ਟੂ ਲਰਨ ਫਰੋਮ ਗੁਰਬਾਣੀ ਵੈਰੀ ਇੰਪੋਰਟੈਂਟ ਹੈ ਸਾਨੂੰ ਗੁਰਬਾਣੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਸਾਨੂੰ ਜ਼ਰੂਰ ਐਫਰਟ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜੇ ਗੁਰਬਾਣੀ ਤੋਂ ਸਿੱਖਿਆ ਲੈਣ ਲਈ ਕੋਸ਼ਿਸ਼ ਕਰਾਂਗੇ ਤਾਂ ਅਸੀਂ ਆਪਣੇ ਮਨੁੱਖਾ ਜੀਵਨ ਦੇ ਆਬਜੈਕਟਿਵ ਨੂੰ ਅਚੀਵ ਕਰ ਸਕਦੇ ਹਾਂ ਅਸੀਂ ਹਰ ਰੋਜ਼ ਦੇ ਆਪਣੇ ਚੈਲੰਜਸ ਨੂੰ ਐਡਰੈਸ ਕਰ ਸਕਦੇ ਹਾਂ ਇੱਕ ਚੰਗਾ ਜੀਵਨ ਜੀਣ ਦੇ ਲਈ ਇੱਕ ਸੁਚੱਜਾ ਜਿਹੜਾ ਇਨਸਾਨ ਬਣਨ ਦੇ ਲਈ ਮੈਨੂੰ ਗੁਰਬਾਣੀ ਦੀ ਸ਼ਰਨ ਵਿੱਚ ਆ ਕੇ ਗੁਰਬਾਣੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਇਹਦੇ ਨਾਲ ਅਸੀਂ ਅੱਜ ਦਾ ਸੈਸ਼ਨ ਜਿਹੜਾ ਇੱਥੇ ਸਮਾਪਤ ਕਰਦੇ ਹਾਂ ਜੀ
ਨੈਕਸਟ ਸੈਸ਼ਨ ਦੇ ਵਿੱਚ ਫਿਰ ਦੁਬਾਰਾ ਸਾਰਿਆਂ ਨੂੰ ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।